22 'ਚ ਜਿਹਨੂੰ ਮਰਜ਼ੀ ਚੁਣ ਕੇ ਲੈ ਆਇਓ। ਇੱਕ ਮਿਊਨਿਸਪਲ ਕਮੇਟੀ ਤੋਂ ਵੱਧ ਅਧਿਕਾਰ ਨਹੀਂ ਰਹੇ ਪੰਜਾਬ ਸਰਕਾਰ ਦੇ। ਪੰਚਾਇਤਾਂ ਨੇ ਜਿਹੜਾ ਧਿਆਨ ਨਾਲ ਸੁਣ ਲਵੋ ਕਿ ਉਹ ਜਿਹੜਾ ਫੰਡ ਹੈ ਉਹਦੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਉਹ ਫੰਡ ਹੈ ਕੀ ਹੈ ਉਹਨੂੰ 100 ਰੁਪਏ ਦਾ ਮਤਲਬ 600 ਰੁਪਏ ਦੇ ਹਿਸਾਬ ਨਾਲ ਉਹ ਪੈਸਾ ਆਉਣਾ, ਜਿਹਦੇ ਚੋਂ 50% ਪੈਸਾ ਜਿਹੜਾ ਉਹ ਤੁਸੀਂ ਪਿੰਡ ਦੀ ਪੰਚਾਇਤ ਨੂੰ ਹੱਕ ਹੈ ਜਾਂ ਗ੍ਰਾਮ ਸਭਾ ਨੂੰ ਇਹ ਹੱਕ ਹੈ, ਉਹ ਆਪਦੇ ਕਿਸੇ ਵੀ ਪਿੰਡ ਦੇ ਕੰਮ ਤੇ ਲਾ ਸਕਦੀ ਹੈ। ਸੈਂਟਰ ਦੇ ਅਧਿਕਾਰ ਖੇਤਰ ਚਾਹੇ ਔਰ ਉਹਦੇ ਨਾਲ ਸਭ ਤੋਂ ਵੱਡਾ ਸਾਨੂੰ ਕੀ ਨੁਕਸਾਨ ਹੋਣ ਵਾਲਾ ਹੈ, ਇਹਨੂੰ ਸੈਂਟਰ ਚਾਹੇਗਾ ਤੇ ਉਹਨੂੰ ਦੇਸ਼ ਧਰੋਹੀ ਦਾ ਬਿੱਲਾ ਲਾ ਕੇ ਉਹ ਕੁਝ ਕਰ ਸਕਦਾ ਹੈ। ਇਹ ਲੋਕ ਪੱਖ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਘੰਟੀ ਨੂੰ ਦਬਾਓ। ਰਾਜ ਸੰਸਥਾ ਦੇ ਤਹਿਤ ਇਹ ਤੀਸਰਾ ਥੰਮ ਹੈ ਜਿਹੜਾ ਕਿ ਪਿੰਡ ਦੀ ਗ੍ਰਾਮ ਸਭਾ, ਔਰ ਜਿਸ ਤਰ੍ਹਾਂ ਮਤਲਬ ਉਹਦੇ ਅੰਦਰ ਕਾਨੂੰਨ ਬਣਦੇ ਨੇ, ਜੇ ਇਹਨੂੰ ਸਹੀ ਰੂਪ ਦੇ ਵਿੱਚ ਮਤਲਬ ਲਾਗੂ ਕਰਨਾ ਸ਼ੁਰੂ ਹੋ ਜਾਵੇ ਇਹ, ਤਾਂ ਉਹ ਫੈਸਲੇ ਨੇ ਜਿਹੜੇ ਉਹ ਪਿੰਡ ਪੱਧਰ ਤੇ ਫੈਸਲੇ ਹੋ ਸਕਦੇ ਨੇ। ਪਿੰਡ ਪੱਧਰ ਦੇ ਮਤਲਬ ਸਾਡੇ ਕਾਨੂੰਨ ਵੀ ਬਣ ਸਕਦੇ ਨੇ, ਔਰ ਜਿਹੜੇ ਸਾਡੇ ਮਤਲਬ ਪਿੰਡ ਨੂੰ ਠੀਕ ਦਿਸ਼ਾ 'ਚ ਲਿਜਾਣ ਦੇ ਵਿੱਚ ਸਹਾਈ ਹੋ ਸਕਦੇ ਨੇ। ਔਰ ਜਾਂ ਜੋ ਪਿੰਡ ਦੀਆਂ ਜਿੰਨੀਆਂ ਵੀ ਗੱਲਾਂ ਨੇ, ਜਿੰਨੀਆਂ ਮਹੱਤਵਪੂਰਨ ਘਟਨਾਵਾਂ ਨੇ, ਉਹਨਾਂ ਦੇ ਫੈਸਲਾ ਲੈਣ ਦਾ ਉਹਨਾਂ ਦਾ ਹੱਕ ਹੈ। ਜਿੰਨੀਆਂ ਵੀ ਲਾਭਪਾਤਰੀ ਸਕੀਮਾਂ ਨੇ ਸਰਕਾਰ ਅਨਾਉਂਸ ਕਰਦੀ ਹੈ, ਉਹਨਾਂ ਦੇ ਲਾਭਪਾਤਰੀਆਂ ਦੀ ਸ਼ਨਾਖਤ ਕਰਨ ਦਾ ਅਧਿਕਾਰ ਹੈ ਜਿਹੜਾ ਗ੍ਰਾਮ ਸਭਾ ਨੂੰ। ਅੱਜ ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਦੀ ਸਰਕਾਰ ਹੁੰਦੀ ਹੈ ਤਾਂ ਉਹ ਲੋਕਾਂ ਨੂੰ ਇਸ ਲੁਭਾਉਣੇ ਨਾਅਰੇ ਦੇ ਕੇ ਕਹਿੰਦੇ ਨੇ ਤੁਸੀਂ ਆਓ ਸਾਡੇ ਕੋਲ, ਅਸੀਂ ਤੁਹਾਡੀਆਂ ਪੈਨਸ਼ਨਾਂ ਲਵਾ ਦਿੰਦੇ ਹਾਂ, ਅਸੀਂ ਤੁਹਾਨੂੰ ਆਹ ਲਾਭ ਦਵਾ ਦਿੰਦੇ ਹਾਂ, ਆਹ ਤੁਹਾਡਾ ਜੇ ਕੋਈ ਮਤਲਬ ਕਿਸੇ ਦੇ ਮਤਲਬ ਨੀਲੇ ਕਾਰਡ ਬਣਾ ਕੇ ਕਿਸੇ ਦੇ ਕਾਪੀਆਂ ਬਣਾਉਂਦੀਆਂ, ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਸਿਰਫ ਉਹਨਾਂ ਲੋਕਾਂ ਦਾ ਕਰਦੇ ਨੇ ਜਿਹੜੇ ਉਹਨਾਂ ਕੋਲ ਜਾ ਕੇ ਮਤਲਬ ਉਹਨਾਂ ਦੇ ਸ਼ਰਤ ਨਹੀਂ ਲੱਗਦੇ ਨੇ। ਪਰੰਤੂ ਸਮੁੱਚੇ ਲੋਕਾਂ ਦਾ ਭਲਾ ਹੋ ਸਕਦਾ, ਜਿਹੜਾ ਬੰਦਾ ਇੱਕ ਗਰੀਬ ਆਦਮੀ ਕਿਸੇ ਤੱਕ ਜਿਹਦੀ ਕੋਈ ਪਹੁੰਚ ਨਹੀਂ, ਜਿਹੜਾ ਕਿਤੇ ਜਾ ਨਹੀਂ ਸਕਦਾ, ਉਹਨੂੰ ਉਹਦਾ ਭਲਾ ਗ੍ਰਾਮ ਸਭਾ ਕਰ ਸਕਦੀ ਹੈ ਜੇ ਗ੍ਰਾਮ ਸਭਾ ਨੂੰ ਸਹੀ ਰੂਪ ਦੇ ਵਿੱਚ ਲਾਗੂ ਕੀਤਾ ਜਾਵੇ। ਕਿਉਂਕਿ ਫਿਰ ਜਿਹੜਾ ਲੋੜਵੰਦ ਹੈ ਉਹ ਲੋੜਵੰਦ ਨੂੰ ਚੀਜ਼ ਮਿਲੂਗੀ, ਨਾ ਕਿ ਕਿਸੇ ਮਤਲਬ ਜਿਹੜਾ ਕਿਸੇ ਦੇ ਨੇੜੇ ਆ ਉਹਨੂੰ ਚੀਜ਼ ਮਿਲੇਗੀ। ਔਰ ਇਹਦਾ ਮਤਲਬ ਇਸ ਕਰਕੇ ਇਸ ਤੋਂ ਅੱਗੇ ਜਿਹੜੀ ਮਤਲਬ ਆਪਣਾ ਮਨਰੇਗਾ ਦੇ ਤਹਿਤ ਕੰਮ ਲੈਣ ਦਾ ਸਵਾਲ ਹੈ, ਇਹ ਵੀ ਗ੍ਰਾਮ ਸਭਾ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ, ਕਿਉਂਕਿ ਇਹਦਾ ਜਿਹੜਾ ਬਜਟ ਹੈ ਉਹ ਗ੍ਰਾਮ ਸਭਾ ਦੇ ਵਿੱਚ ਪਾਸ ਹੋਣਾ ਹੈ। ਔਰ ਉਹ ਜੇ ਬਜਟ ਪਾਸ ਹੋ ਕੇ ਜਾਂਦਾ ਤਾਂ ਉਹਨਾਂ ਪੈਸਾ ਪਿੰਡ ਨੂੰ ਆਏਗਾ, ਤੇ ਉਹਦੇ ਲਈ ਹੋਰ ਵੀ ਜਿੰਨੀਆਂ ਮਤਲਬ ਸਕੀਮਾਂ ਨੇ ਜਿਹੜੀਆਂ ਉਹਨਾਂ ਦਾ ਫਾਇਦਾ ਮਤਲਬ ਲਿਆ ਜਾ ਸਕਦਾ ਹੈ। ਔਰ ਜਿੱਥੇ ਮਤਲਬ ਪਿੰਡ ਦੇ ਜਿਹੜੇ ਮਤਲਬ ਲੋਕ ਨੇ, ਜਿਹੜੇ ਕੋਈ ਮਤਲਬ ਮਨਰੇਗਾ ਦੇ ਤਹਿਤ ਕੰਮ ਕਰਨਾ ਚਾਹੁੰਦੇ ਨੇ, ਉਹ ਜੋਬ ਕਾਰਡ ਬਣਾਉਣਗੇ। ਔਰ ਇਸ ਦੇ ਨਾਲ ਜਿਹੜੇ 5 ਏਕੜ ਤੱਕ ਦੇ ਕਿਸਾਨ ਨੇ, ਉਹ ਵੀ ਇਹਦੇ ਤਹਿਤ 100 ਦਿਨ ਦਾ ਰੁਜ਼ਗਾਰ ਹਾਸਲ ਕਰ ਸਕਦੇ ਨੇ ਆਪਦੇ ਖੇਤ ਦੇ ਵਿੱਚ ਕੰਮ ਕਰਕੇ। ਪਰ ਉਹਦੇ ਵਿੱਚ ਜਿਹੜੀਆਂ ਮਤਲਬ ਦੋ ਜਿਹੜੀਆਂ ਸਾਡੀਆਂ ਫਸਲੀ ਚੱਕਰ ਹੈ ਕਣਕ ਝੋਨੇ ਦਾ, ਇਹਦੀ ਬਜਾਏ ਉਹਦੇ ਵਿੱਚ ਜਿਹੜੀਆਂ ਮਤਲਬ ਸਬਜ਼ੀਆਂ ਨੇ ਜਾਂ ਪਸ਼ੂ ਪਾਲਣਾ ਹੈ, ਕੋਈ ਮਤਲਬ ਡੇਅਰੀ ਦਾ ਆਪਣਾ ਬੱਕਰੀਆਂ ਪਾਲਣੀਆਂ ਨੇ, ਜਾਂ ਹੋਰ ਜਿਸ ਤਰ੍ਹਾਂ ਦੇ ਉਹਦੇ ਤਕਰੀਬਨ 30-32 ਕੰਮ ਨੇ, ਜਿਨ੍ਹਾਂ ਨੂੰ ਮਤਲਬ ਉਸ ਮਨਰੇਗਾ ਦੇ ਤਹਿਤ ਕਰਕੇ ਮਤਲਬ ਉਹਦੇ ਤੋਂ ਲਾਭ ਲਿਆ ਜਾ ਸਕਦਾ ਹੈ। ਔਰ ਇਸ ਦੇ ਨਾਲ ਦੇ ਨਾਲ ਜਿਹੜਾ ਮਤਲਬ ਜੇ ਅਸੀਂ ਗ੍ਰਾਮ ਸਭਾ ਨੂੰ ਸਰਗਰਮ ਕਰਦੇ ਹਾਂ ਤਾਂ ਉਹਦੇ ਤਹਿਤ ਆਪਾਂ ਇਸ ਗੱਲ ਦੀ, ਕਿਉਂਕਿ ਸਰਕਾਰ ਦੇ ਫੈਸਲੇ ਨੇ ਜਿਹੜੇ ਉਹ ਵੀ ਸਾਡੇ ਤੱਕ ਨਹੀਂ ਪਹੁੰਚਦੇ, ਪੰਚਾਇਤ ਨੂੰ ਵੀ ਨਹੀਂ ਪਤਾ ਉਹਨਾਂ ਫੈਸਲਿਆਂ ਦਾ, ਨਾ ਪੰਚਾਇਤ ਤੱਕ ਵੀ ਉਹ ਫੈਸਲੇ ਨਹੀਂ ਆਉਂਦੇ, ਸਿਰਫ ਅਫਸਰਸ਼ਾਹੀ ਤੱਕ ਉਹ ਗੱਲਾਂ ਰਹਿੰਦੀਆਂ ਨੇ। ਕਿ ਜਿਹੜਾ 15ਵਾਂ ਵਿੱਤ ਕਮਿਸ਼ਨ ਹੈ, ਔਰ 15ਵੇਂ ਵਿੱਤ ਕਮਿਸ਼ਨ ਦੇ ਤਹਿਤ ਜਿਹੜਾ ਮਤਲਬ ਆਬਾਦੀ ਦੇ ਲਿਹਾਜ਼ ਨਾਲ ਪੈਸਾ ਆਉਣਾ ਕੇਂਦਰ ਸਰਕਾਰ ਵੱਲੋਂ, ਉਹ ਤਕਰੀਬਨ 600 ਰੁਪਏ ਪਰ ਮਤਲਬ ਜਿਹੜਾ ਸਾਡੇ ਮਤਲਬ ਜਨਸੰਖਿਆ ਜਿੰਨੀ ਸਾਡੇ ਪਿੰਡ ਦੀ ਆਬਾਦੀ ਹੈ, ਉਹ ਹਰ ਵਿਅਕਤੀ ਦੇ ਤਹਿਤ 100 ਰੁਪਏ ਦਾ ਮਤਲਬ 600 ਰੁਪਏ ਦੇ ਹਿਸਾਬ ਨਾਲ ਉਹ ਪੈਸਾ ਆਉਣਾ, ਜਿਹਦੇ ਚੋਂ 50% ਪੈਸਾ ਜਿਹੜਾ ਉਹ ਤੁਸੀਂ ਪਿੰਡ ਦੀ ਪੰਚਾਇਤ ਨੂੰ ਹੱਕ ਹੈ ਜਾਂ ਗ੍ਰਾਮ ਸਭਾ ਨੂੰ ਇਹ ਹੱਕ ਹੈ, ਉਹ ਆਪਦੇ ਕਿਸੇ ਵੀ ਪਿੰਡ ਦੇ ਕੰਮ ਤੇ ਲਾ ਸਕਦੀ ਹੈ। ਔਰ ਭਾਵੇਂ ਇਹ ਗੱਲ ਵੀ ਹੈ ਕਿ ਜਿਹੜਾ ਵੀ ਮੰਨ ਲਓ ਅਸੀਂ ਕੋਈ ਪਿੰਡ ਦੀ ਡਿਵੈਲਪਮੈਂਟ ਦੇ ਕੰਮ ਕਰਨੇ ਨੇ, ਉਹਦੇ 'ਚ ਜੇ ਗ੍ਰਾਮ ਸਭਾ ਫੈਸਲਾ ਕਰਦੀ ਹੈ ਕਿ ਸਾਡੇ ਆਹ ਕੰਮ ਪਹਿਲਾਂ ਹੋਣੇ ਚਾਹੀਦੇ ਨੇ, ਤਾਂ ਉਹ ਫੈਸਲਾ ਉਹ ਕੰਮਾਂ ਨੂੰ ਪਹਿਲ ਮਿਲ ਸਕਦੀ ਹੈ। ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਸਾਰੀਆਂ ਜਿਹੜੀਆਂ ਕਿ ਕਾਨੂੰਨੀ ਤੌਰ 'ਤੇ ਪਹਿਲਾਂ ਹਾਸਲ ਹੋਈਆਂ ਨੇ, ਪਰ ਸਾਡੀ ਰਾਜਨੀਤੀ, ਸਾਡੀ ਪੋਲੀਟਿਕਸ ਇਹਨਾਂ ਗੱਲਾਂ ਦੇ ਪਾਸੇ ਨੂੰ ਨਹੀਂ ਤੁਰ ਰਹੀ, ਕਿਉਂਕਿ ਇਹਦੇ ਨਾਲ ਕੀ ਹੈ, ਜਿਹੜੀ ਤਾਕਤ ਆ ਉਹ ਲੋਕਾਂ 'ਚ ਵੰਡੀ ਜਾਂਦੀ ਹੈ। ਲੇਕਿਨ ਕੁਝ ਮੁੱਦੇ ਨੇ ਜਿਹੜੇ ਉਹ ਮੁੱਦੇ ਮੈਂ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ। ਉਹ ਕੱਲਾ ਮੁੱਦਾ ਇੱਕ ਪੂਰੇ ਦਾ ਪੂਰਾ ਮਤਲਬ ਉਹਦੇ ਉੱਤੇ ਖੋਜ ਭਾਲਦਾ ਤੇ ਪੂਰਾ ਸਟੱਡੀ ਭਾਲਦਾ, ਤੇ ਉਹ ਕਿਵੇਂ ਮਤਲਬ ਉਹਦੀ ਮਹੱਤਤਾ ਕੀ ਹੈ ਜਾਂ ਉਹਦੇ ਪਿੱਛੇ ਕੀ ਕਾਰਨ ਨੇ ਜਿਨ੍ਹਾਂ ਨੂੰ ਅਸੀਂ ਮਤਲਬ ਪ੍ਰਾਪਤ ਕਰਨ ਲਈ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਤੇ ਇਸ ਲਈ ਉਹ ਕਿਉਂਕਿ ਉਰੇ ਅਸੀਂ ਸੀਮਤ ਸਮੇਂ 'ਚ ਸੀਮਤ ਤਰੀਕੇ ਨਾਲ ਹੀ ਕਰ ਸਕਦੇ ਹਾਂ, ਤਾਂ ਉਸ ਤੋਂ ਬਾਅਦ
ਅਸੀਂ ਸਭ ਨੇ ਉਹ 'ਤੇ ਖੋਜ ਕਰਨੀ ਹੈ, ਪੜ੍ਹਨਾ ਹੈ, ਹੋਰ ਪੜ੍ਹਨਾ ਹੈ ਉੱਤੇ ਨੇ ਕਿ ਤੁਸੀਂ ਵੱਡਾ ਇਕੱਠ ਕਰਨ ਤੋਂ, ਥਾਂ ਦੇਣ ਤੋਂ ਵੀ ਗਰੇਜ ਕਰਦੀਆਂ ਨੇ। ਤੇ ਇਹਦੇ ਲਈ ਕਿਉਂਕਿ ਅਸੀਂ ਕੋਈ ਗੱਲ ਕਰਨੀ ਹੈ ਤਾਂ ਗੱਲ ਕਰਾਂਗੇ ਤਾਂ ਬੈਠ ਕੇ ਕਿਸੇ ਤਰੀਕੇ ਨਾਲ ਹੋਏਗੀ, ਤਾਂ ਉਹ ਕਿਸੇ ਸੰਸਥਾ ਦੇ ਥਾਂ ਦੀ ਜ਼ਰੂਰਤ ਹੈ। ਫਿਰ ਇਹਦੇ ਲਈ ਇਹ ਕਿ ਨਿਯਮ ਪਾਲਣ ਕਰਦੇ ਹੋਏ ਕੁਝ ਚੋਣਵੇਂ ਵਿਅਕਤੀ ਜਿਹੜੇ ਇਲਾਕੇ ਦੇ ਵਿੱਚ ਕੋਈ ਥਾਂ ਰੱਖਦੇ ਆ ਜਾਂ ਕੁਝ ਸੋਚਦੇ ਆ, ਇਲਾਕੇ 'ਚ ਕੁਝ ਲੈ ਕੇ ਜਾਣ ਦੀ ਹਿੰਮਤ ਕਰਨਗੇ, ਤਾਂ ਉਹਨਾਂ ਨੂੰ ਬੁਲਾ ਕੇ ਅਸੀਂ ਗੱਲ ਕਰੀਏ। ਇਸ ਲਈ ਇਹ ਮੀਟਿੰਗ ਥੋੜੇ ਕੁ ਬੰਦਿਆਂ ਨੂੰ ਚਲੇ। ਸਿਸਟਮ ਪ੍ਰਤੀ ਬੇਵਿਸ਼ਵਾਸੀ ਆ ਪੂਰੀ ਤਰ੍ਹਾਂ, ਜਾਂ ਇਹ ਵੀ ਕਹਿ ਲਓ ਕਿ ਸਿਸਟਮ ਪੂਰੀ ਤਰ੍ਹਾਂ ਫੇਲ ਹੈ। ਤੁਸੀਂ ਦੁਨੀਆ 'ਚ ਕਰੋਨਾ ਮਹਾਮਾਰੀ ਆਈ ਤਾਂ ਸਾਡੇ ਵੀ ਉਹਦਾ ਅਸਰ ਹੈ, ਔਰ ਸਾਰੀਆਂ ਸੰਸਥਾਵਾਂ ਦਾ, ਜਿੰਨੀਆਂ ਵੀ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਨੇ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਮਾਸਕ ਪਹਿਨੋ, ਹੱਥ ਧੋਵੋ ਵਾਰ-ਵਾਰ, ਫਿਜ਼ੀਕਲ ਡਿਸਟੈਂਸ ਰੱਖੋ। ਉਹਦੇ ਲਈ ਕੀ ਕੀਤਾ? ਅੱਜ ਤੱਕ ਜਿੰਨਾ ਵੀ ਇਹਦੇ ਉੱਤੇ ਜਿੰਨੇ ਲੋਕ ਕੰਮ ਕਰਦੇ ਸੀ, ਜਾਂ ਪਹਿਲਾਂ ਦਿੱਲੀ ਦੇ ਵਿੱਚ ਸੀਏ ਖਿਲਾਫ ਧਰਨਾ ਚੱਲ ਰਿਹਾ ਸੀ, ਜਾਮੀਆ ਦੇ ਸਟੂਡੈਂਟ ਨੇ, ਨਹਿਰੂ ਯੂਨੀਵਰਸਿਟੀ ਦੇ ਸਟੂਡੈਂਟ ਨੇ, ਜਿੰਨੇ ਬੁੱਧੀਜੀਵੀ ਸਟੇਟ ਦੇ ਖਿਲਾਫ ਲਿਖਦੇ ਸੀ, ਸਰਕਾਰ ਦੇ ਖਿਲਾਫ, ਜਿਹੜੇ ਖਿਲਾਫ ਦਾ ਮਤਲਬ ਇਹ ਸੀ ਕਿ ਜਿਹੜੇ ਚਾਹੁੰਦੇ ਸੀ ਕਿ ਡੈਮੋਕ੍ਰੈਟਿਕ ਸਿਸਟਮ ਹੋਵੇ, ਜਿਹੜੀਆਂ ਅਨਡੈਮੋਕ੍ਰੈਟਿਕ ਚੀਜ਼ਾਂ ਸੀ ਉਹਨਾਂ ਦੇ ਉੱਤੇ ਕਮੈਂਟ ਕਰਦੇ ਸੀ। ਤੇ ਲੇਕਿਨ ਸਰਕਾਰ ਨੇ ਉਹਦਾ ਲਾਹਾ ਲੈ ਕੇ ਤੇ ਉਹਨਾਂ ਨੂੰ ਸਾਰਿਆਂ ਨੂੰ ਕ੍ਰਸ਼ ਕਰਨਾ ਸ਼ੁਰੂ ਕਰ ਲਿਆ। ਹੁਣ ਤੁਸੀਂ ਇਹ ਕਰਤਾ ਕਿ ਸਿੱਧਮ ਸਿੱਧਾ ਦੇਖੋ, ਬੱਸ ਭਰੀ ਜਾ ਸਕਦੀ ਹੈ, ਕੋਈ ਕਰੋਨਾ ਨਹੀਂ ਫੈਲੇਗਾ, ਤੇ ਜਹਾਜ਼ ਭਰ ਕੇ ਆ ਸਕਦਾ, ਕੋਈ ਕਰੋਨਾ ਨਹੀਂ ਫੈਲਦਾ। ਵਿਆਹ 'ਚ ਇਕੱਠੇ ਹੋ ਸਕਦੇ ਆ, ਭੋਗ ਤੇ ਇਕੱਠੇ ਹੋ ਸਕਦੇ ਆ, ਉੱਥੇ ਕਰੋਨਾ ਅਸਰ ਨਹੀਂ ਕਰੇਗਾ। ਕਰੋਨਾ ਪੋਲੀਟੀਕਲ ਲੋਕਾਂ 'ਤੇ ਅਸਰ ਕਰੇਗਾ ਕਿ ਜੇ ਤੁਸੀਂ ਐਂ ਬੈਠ ਕੇ ਸੋਚ ਰਹੇ ਹੋ ਤਾਂ ਤੁਹਾਡੇ 'ਤੇ ਰੋਕ ਹੈ, ਇਸ ਕਰਕੇ ਇੱਥੇ ਕਰੋਨਾ ਆ ਜਾਏਗਾ। ਇਹਦਾ ਮਤਲਬ ਇਹ ਹੈ ਕਿ ਸਰਕਾਰ ਦਾ ਮਕਸਦ ਇਹਦੇ ਪਿੱਛੇ ਕੁਝ ਮੋਟਿਵ ਹੋਰ ਹੈ। ਕੱਲਾ ਇਹ ਨਹੀਂ ਕਿ ਸਰਕਾਰ ਦਾ, ਜਿਹੜੀਆਂ ਦੂਜੀਆਂ ਧਿਰਾਂ ਵੀ ਨੇ ਉਹ ਵੀ ਕਿਤੇ ਨਾ ਕਿਤੇ, ਕਿਉਂਕਿ ਕੋਈ ਕਮੈਂਟ ਨਹੀਂ ਆ ਰਿਹਾ ਕਿ ਇਹ ਗਲਤ ਹੈ, ਉਹ ਵੀ ਇਸੇ ਰੂਪ 'ਚ ਸੋਚਦੀਆਂ ਨੇ ਕਿ ਜਿਹੜੀਆਂ ਸਥਾਪਿਤ ਧਿਰਾਂ ਨੇ, ਲੋਕਾਂ ਦੀਆਂ ਨਜ਼ਰਾਂ 'ਚ ਨੇ, ਜਿਨ੍ਹਾਂ ਦੀ ਇਹ ਕੈਪੈਸਿਟੀ ਹੈ ਕਿ ਉਹ 5 ਦਿਨਾਂ 'ਚ ਕੰਪੇਨ ਕਰ ਸਕਦੇ ਆ, 10 ਦਿਨਾਂ 'ਚ ਕੰਪੇਨ ਕਰ ਸਕਦੇ ਆ, ਉਹਨਾਂ ਨੂੰ ਐਂ ਵੀ ਇੰਨੀ ਘਟਾ ਢੋਲ ਰਹੇ, ਤੇ ਬਾਕੀ ਕੋਈ ਵੀ ਇਹੋ ਜਿਹੀ ਚੀਜ਼ ਨਵੀਂ ਪੈਦਾ ਨਾ ਹੋ ਜੇ ਕਿਤੇ ਜਿਹੜੀ ਸਾਡੇ ਇਹਨਾਂ ਇੰਟਰਸਟਾਂ ਨੂੰ ਸੱਟ ਮਾਰ ਜੇ। ਇਸ ਕਰਕੇ ਪੋਲੀਟੀਕਲ ਲੋਕਾਂ ਨੂੰ ਕਹੋ ਕਿ ਦਫਾ 44 ਲੱਗੀ ਹੋਈ ਹੈ, ਤੁਸੀਂ ਕੋਈ ਚਰਚਾ ਨਹੀਂ ਕਰ ਸਕਦੇ। ਪਰ ਪੰਜਾਬ ਦੇ ਲੋਕਾਂ ਨੇ ਇਹਨੂੰ ਮੰਨਿਆ ਨਹੀਂ। ਸਾਰੀਆਂ, ਹਰ ਕਿਸਾਨ ਜਥੇਬੰਦੀ, ਹਰ ਮਜ਼ਦੂਰ ਜਥੇਬੰਦੀ ਇਸ ਗੱਲ 'ਚ ਨਿਕਲੀ ਹੋਈ ਹੈ, ਮੁਲਾਜ਼ਮ, ਕਿ ਇਹ ਨਹੀਂ ਸਰਕਾਰ, ਕਿਉਂਕਿ ਇਹਦੇ ਪਿੱਛੇ ਤੱਥ ਕੋਈ ਨਹੀਂ। 5 ਦਿਨ ਖੁੱਲ੍ਹੇ ਨੇ, 5 ਦਿਨ ਕਰੋਨਾ ਕੁਛ ਨਹੀਂ ਕਹੇਗਾ, ਸ਼ਨੀਵਾਰ ਤੇ ਐਤਵਾਰ ਨੂੰ ਆ ਕੇ ਕਰੋਨਾ ਕਹਿਣ ਲੱਗ ਜਾਂਦਾ। ਅੱਜ ਇੱਕ ਹਾਲਾਤ ਦੇ ਵਿੱਚ ਸਭ ਤੋਂ ਵੱਡਾ ਖਤਰਾ ਦੇਸ਼ ਦੀ ਜਮਹੂਰੀਅਤ ਨੂੰ, ਉਹ ਜਮਹੂਰੀਅਤ ਦੇ ਵਿੱਚ ਜਿੰਨੇ ਲੋਕਾਂ ਦੇ ਪੱਖੀ ਅਧਿਕਾਰ ਸੀ, ਔਰ ਸਭ ਤੋਂ ਜ਼ਿਆਦਾ ਠੇਸ ਉਹਨਾਂ ਨੂੰ ਪਹੁੰਚੀ ਹੈ, ਤੇ ਔਰ ਬੋਲਣ ਦਾ ਰਾਈਟ ਖੋਹ ਲਿਆ। ਅੱਜ ਇਸੇ ਕਰਕੇ ਤੁਸੀਂ ਜਿੰਨੇ ਲੇਬਰ ਲਾ ਸੀ, ਮਜ਼ਦੂਰਾਂ ਦੇ ਪੱਖੀ ਦੇ ਵਿੱਚ ਕਾਨੂੰਨ ਸੀ, ਉਹ ਸਾਰੇ ਤਬਦੀਲ ਕਰਤੇ। ਏਜੰਡਾ ਕੀ ਹੈ? ਮਿਸ਼ਨ 22। ਸਾਰੀਆਂ ਮੇਨ ਧਿਰ ਦੀਆਂ ਪਾਰਟੀਆਂ ਦਾ ਮਿਸ਼ਨ 22 ਹੈ, ਕਿਉਂਕਿ ਉਹ ਕਹਿੰਦੇ ਵੀ ਹਰ ਹਾਲਤ 'ਚ 22 ਦੀ ਇਲੈਕਸ਼ਨ ਜਿੱਤਣੀ ਹੈ। ਇਹਨਾਂ ਲਵੇ ਕੁਛ ਨਹੀਂ, ਸਾਨੂੰ ਜਿਤਾਓ, ਸਾਨੂੰ ਲੈ ਆਓ, ਅਸੀਂ ਤੁਹਾਡੀਆਂ ਬਿਮਾਰੀਆਂ ਦਾ ਹੱਲ ਕਰ ਦਾਂਗੇ। ਤਬਦੀਲੀ ਹੋ ਸਕਦਾ ਹੈ, ਚੋਣ ਜਿੱਤਣਾ ਕੋਈ ਮਿਸ਼ਨ ਨਹੀਂ ਹੈ। ਫਿਰ ਤੁਸੀਂ ਕਿਸ ਆਧਾਰ ਤੇ ਦਾਅਵਾ ਕਰਦੇ ਹੋ ਕਿ ਜੇ 22 'ਚ ਸਾਨੂੰ ਜਿਤਾ ਦੋਗੇ ਤੁਸੀਂ, ਅਸੀਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰ ਦਾਂਗੇ। ਪਹਿਲਾਂ ਹੀ ਪਿੱਟ ਰਹੇ ਕਿ ਸਾਨੂੰ ਪੈਸਾ ਨਹੀਂ ਦੇ ਰਿਹਾ ਸੈਂਟਰ। 22 'ਚ ਜਿਹਨੂੰ ਮਰਜ਼ੀ ਚੁਣ ਕੇ ਲੈ ਆਇਓ, ਇੱਕ ਮਿਊਨਿਸਪਲ ਕਮੇਟੀ ਤੋਂ ਵੱਧ ਅਧਿਕਾਰ ਨਹੀਂ ਰਹੇ ਪੰਜਾਬ ਸਰਕਾਰ ਕੋਲ, ਕੋਈ ਕੁਛ ਨਹੀਂ ਕਰ ਸਕਣਾ। ਇਹ ਤੁਹਾਨੂੰ ਕਿੱਥੋਂ ਪਤਾ ਲੱਗਦਾ ਹੈ? ਕਿਉਂਕਿ
ਪਹਿਲਾਂ ਜਿਹੜੀ ਕਾਂਗਰਸ ਸਰਕਾਰ ਬਣੀ ਵੱਡਾ ਸਮਾਂ ਮਤਲਬ ਇੱਥੇ ਕਾਬਜ਼ ਰਹੀ ਭਾਰਤ ਦੇ ਸਰਕਾਰ ਦੇ ਵਿੱਚ, ਉਹਨੇ ਵੀ ਹਮੇਸ਼ਾ ਕੇਂਦਰੀਕਰਨ ਦੀ ਅਪਰੋਚ ਅਖਤਿਆਰ ਕੀਤੀ ਆ। ਸਾਰੀਆਂ ਪਾਰਟੀਆਂ ਹੁਣ ਅੱਜ ਕੱਲ੍ਹ ਬੀਜੇਪੀ ਦੇ ਨਾਲ ਇਸ ਕੇਂਦਰੀਕ੍ਰਿਤ ਨੀਤੀ ਦੇ ਨਾਲ ਮਿਲੀਆਂ ਹੋਈਆਂ ਨੇ। ਉਹ ਕਿੱਥੋਂ ਪਤਾ ਲੱਗਦਾ ਤੁਹਾਨੂੰ? ਪਹਿਲੀ ਗੱਲ ਇਹ ਕਿ ਦੇਸ਼ ਦੇ ਵਿੱਚ ਇੱਕ ਵੱਡਾ ਮੁੱਦਾ ਸੀਗਾ ਜਿਹੜਾ ਹਮੇਸ਼ਾ ਡਿਬੇਟ ਦੇ ਵਿੱਚ ਰਿਹਾ ਕਿ ਫੈਡਰਲ ਇੰਡੀਆ ਹੋਣਾ ਚਾਹੀਦਾ ਜਾਂ ਕੇਂਦਰੀਕ੍ਰਿਤ ਹੋਣਾ ਚਾਹੀਦਾ। ਹਮੇਸ਼ਾ ਦੇਸ਼ ਦੇ ਰਾਜਿਆਂ ਨੇ ਜਾਂ ਰਾਜ ਕਰਨ ਵਾਲਿਆਂ ਨੇ ਇਹੀ ਸੋਚਿਆ ਕਿ ਵੱਧ ਤੋਂ ਵੱਧ ਅਧਿਕਾਰ ਸੈਂਟਰ ਕੋਲ ਚਲੇ ਜਾਣ, ਤਾਂ ਕਿ ਜਿਹੜਾ ਇਸੇ ਕਰਕੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਮੂਵਮੈਂਟ ਲੜੀ ਗਈ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ। ਉਹ ਅਨੰਦਪੁਰ ਸਾਹਿਬ ਦਾ ਮਤਾ ਕੀ ਸੀ? ਅਨੰਦਪੁਰ ਸਾਹਿਬ ਤਾਂ ਉਸ ਧਰਤੀ ਦੇ ਉੱਤੇ ਇੱਕ ਮਤਾ ਪਾਸ ਕਰ ਲਿਆ, ਉਹਦਾ ਨਾਂ ਪੈ ਗਿਆ। ਐਕਚੁਅਲੀ ਉਹ ਫੈਡਰਲਿਜ਼ਮ ਦਾ ਮਤਾ ਸੀਗਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ, ਸਾਡਾ ਪਾਣੀਆਂ ਦਾ ਹੱਕ ਹੋਣਾ ਚਾਹੀਦਾ, ਸਾਡੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲਣੇ ਚਾਹੀਦੇ ਨੇ, ਪੰਜਾਬੀ ਭਾਸ਼ਾ ਦੀ ਮਤਲਬ ਹੋਣੀ ਚਾਹੀਦੀ ਹੈ। ਕਿਉਂਕਿ ਜਿਹੜਾ ਦੇਸ਼ ਦਾ ਸੰਵਿਧਾਨ ਹੈ, ਉਸ ਸੰਵਿਧਾਨ ਦੇ ਵਿੱਚ ਜਿਹੜੀ ਉਹਦਾ ਮੇਨ ਮਤਲਬ ਪੁਆਇੰਟ ਹੈ, ਉਹ ਵੀ ਇਹ ਮੰਨਿਆ ਗਿਆ ਕਿ ਇਹ ਵੱਖ-ਵੱਖ ਧਰਮਾਂ, ਜਾਤਾਂ ਤੇ ਵਰਗਾਂ ਦਾ ਦੇਸ਼ ਹੈ। ਇਸ ਵੱਖਰੇਵਿਆਂ ਨੂੰ ਮੰਨਦੇ ਹੋਏ ਉਹ ਗੁਲਦਸਤਾ ਇੱਕ ਵੱਖਰੀਆਂ ਮਤਲਬ ਉਸ ਦਾ ਹੋਂਦ ਦਾ, ਇਸ ਕਰਕੇ ਉਸ ਗੁਲਦਸਤੇ ਨੂੰ ਬਰਕਰਾਰ ਰੱਖਣਾ, ਜਿਹਦੇ ਲਈ ਫਿਰ ਇੱਥੇ ਵੱਖਰੀਆਂ ਭਾਸ਼ਾਵਾਂ ਹੋਣਗੀਆਂ, ਵੱਖਰੇ ਮਤਲਬ ਹਰ ਵਰਗ ਦੀਆਂ ਆਪਣੀਆਂ ਜ਼ਰੂਰਤਾਂ ਹੋਣਗੀਆਂ, ਉਸ ਖਿੱਤੇ ਅਨੁਸਾਰ ਉਹਦੇ ਨਿਯਮ ਹੋਣਗੇ। ਇਸੇ ਲਈ ਕੀ ਹੈ, ਪਰ ਦੇਸ਼ ਦੇ ਵਿੱਚ ਬੀਜੇਪੀ ਗਵਰਨਮੈਂਟ ਨੇ ਵੱਡੀਆਂ ਤਬਦੀਲੀਆਂ ਜਿਹੜੀਆਂ ਤੇਜ਼ੀ ਨਾਲ ਆ ਕੇ ਕੀਤੀਆਂ ਨੇ। ਇੱਕ ਤਾਂ UAPA ਜਿਹੜਾ ਪਹਿਲਾਂ ਹੀ ਆਲਰੇਡੀ ਬਣਿਆ ਹੋਇਆ ਸੀਗਾ, ਉਹਦੇ ਵਿੱਚ ਇੱਕ ਸੋਧ ਕਰਤੀ, ਤੇ ਉਹਦੇ ਵਿੱਚ ਸੋਧ ਕੀ ਕਰਤੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਤੁਸੀਂ ਸਾਰੇ ਦੇਸ਼ ਦੇ ਵਿੱਚ ਕਿਤੇ ਵੀ ਤੁਹਾਨੂੰ ਲੱਗਦਾ ਜਿਹਤੇ ਮਰਜ਼ੀ ਨਕਸਲਵਾੜੀ ਦਾ ਮਤਲਬ ਉਹ ਲਾ ਕੇ, ਜਿਹਤੇ ਮਰਜ਼ੀ ਖਾਲਿਸਤਾਨ ਦਾ ਬਿੱਲਾ ਲਾ ਕੇ ਉਹਨੂੰ ਤੁਸੀਂ ਅਰੈਸਟ ਕਰ ਸਕਦੇ ਹੋ, ਉਹਦੀ ਪੁੱਛ-ਦੱਸ ਕਰ ਸਕਦੇ ਹੋ, ਉਹਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਸਕਦੀ ਹੈ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਖਹਿਰਾ ਸਾਹਿਬ ਨੇ ਖਰੇ ਤੇ ਚੰਗੀ ਹਿੰਮਤ ਮਾਰੀ ਹੈ। ਜੋ ਕਿਸੇ ਦਾ ਪਲੱਸ ਪੁਆਇੰਟ ਹੈ ਉਹ ਹੋਣਾ ਹੀ ਚਾਹੀਦਾ, ਤੇ ਉਹਨਾਂ ਨੇ ਉਹਨਾਂ ਦੇ ਘਰ ਜਾ ਕੇ ਉਹ ਇਸ਼ੂ ਨੂੰ ਉਠਾਇਆ। ਸ਼ਾਇਦ ਉਹ ਇਸ਼ੂ ਐਡਾ ਵੱਡਾ ਨਾ ਉੱਭਰਦਾ ਜੇ ਉਹ ਘਰ ਨਾ ਜਾਂਦਾ। ਤੇ ਸਾਡੇ ਰੱਤੇ ਖੇੜੇ ਦੇ ਵਿੱਚ ਮਤਲਬ ਮੁੰਡਾ ਜਿਹੜਾ ਸੁਸਾਈਡ ਹੀ ਕਰ ਗਿਆ ਉਸ ਇਨਵੈਸਟੀਗੇਸ਼ਨ ਤੋਂ, ਤੇ ਇੱਕ ਬਢਲਾਡਾ ਮਾਨਸਾ ਜ਼ਿਲ੍ਹੇ ਦੇ ਵਿੱਚ ਸੀ ਅਚਾਨਕ ਦਾ, ਜਿਹੜਾ ਬੱਚੇ ਦਾ ਕੋਈ ਖਾਲਿਸਤਾਨ ਨਾਲ ਸੰਬੰਧ ਹੀ ਨਹੀਂ, ਉਹ ਕਟਿੰਗ ਕਰਵਾ ਕੇ ਰੱਖਦਾ ਹੈ, ਮਜ਼ਦੂਰੀ ਕਰਦਾ ਹੈ, ਉਹ ਮੈਨੂੰ ਲੱਗਦਾ ਬੀੜੀ ਸਿਗਰਟ ਵੀ ਵਰਤਦਾ ਹੈ, ਤੇ ਉਹਦਾ ਕੋਈ ਇਹੋ ਜਿਹਾ ਚਿਹਰਾ ਮੋਹਰੇ ਹੀ ਨਹੀਂ ਜਿਹੜਾ ਖਾਲਿਸਤਾਨ ਸੰਬੰਧ ਹੈ। ਤੁਸੀਂ ਉਹ ਇੱਕ ਪੋਸਟ ਉਹਨੇ ਕਿਤੇ ਮਤਲਬ ਉਹ ਕਰਤੀ, ਤੇ ਉਹਦੇ ਆਧਾਰ ਤੇ ਤੁਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹੋ। ਪਰ ਇਹ ਕੋਈ ਉਹਦੇ ਵਿੱਚ ਸਭ ਤੋਂ ਵੱਡਾ ਨੁਕਸ ਕੀ ਹੈ, ਉਹਦੇ ਵਿੱਚ ਸਟੇਟ ਦੇ ਮੁੱਖ ਮੰਤਰੀ ਨੂੰ, DGP ਨੂੰ ਨਹੀਂ ਪੁੱਛਿਆ ਜਾਏਗਾ ਕਿ ਜਿਹਨੂੰ ਸੈਂਟਰ ਚਾਹੇਗਾ ਤੇ ਉਹਨੂੰ ਦੇਸ਼ ਧਰੋਹੀ ਦਾ ਬਿੱਲਾ ਲਾ ਕੇ ਉਹਦੀ ਪੁੱਛ-ਦੱਸ ਕਰ ਸਕਦਾ ਹੈ। ਇਹ ਕਾਨੂੰਨ ਸਪੈਸ਼ਲ ਮਤਲਬ ਕੇਂਦਰ ਕੋਲ ਚਲਿਆ ਗਿਆ, ਜਿਹੜਾ ਅਮਨ ਕਾਨੂੰਨ ਦੀ ਸਥਿਤੀ ਸੀ ਹਮੇਸ਼ਾ ਸੂਬਿਆਂ ਦੇ ਅਧਿਕਾਰ ਦੇ ਖੇਤਰ ਰਹੀ ਹੈ। ਸੁਣੋ, ਇਸੇ ਤਰ੍ਹਾਂ ਆ 3 ਆਰਡੀਨੈਂਸ ਲਏ। 3 ਆਰਡੀਨੈਂਸ ਕੀ ਨੇ? ਖੇਤੀ ਨਾਲ ਸੰਬੰਧਿਤ ਕੀ ਆ? ਉਹ 3 ਆਰਡੀਨੈਂਸ ਹੈ ਕੀ ਨੇ? ਉਹ ਤਿੰਨੋਂ ਆਰਡੀਨੈਂਸ, ਇੱਕ ਹੈ ਖਰੀਦ ਨਾਲ ਸੰਬੰਧਿਤ, ਇੱਕ ਹੈ ਠੇਕਾ ਪ੍ਰਣਾਲੀ ਕੰਟਰੈਕਟ ਫਾਰਮਿੰਗ ਕਹਿ ਲਓ, ਤੀਸਰਾ ਹੈ ਜਿਹੜਾ ਚੀਜ਼ਾਂ ਦਾ ਭੰਡਾਰ ਕਰਨਾ ਹੈ ਮੰਡੀ ਦੇ ਵਿੱਚ। ਔਰ ਉਹਨੂੰ ਕੱਲੇ ਨੂੰ ਜੇ ਅਸੀਂ ਵਿਚਾਰੀਏ, ਹੁਣ ਖਰੀਦ ਦਾ ਸਵਾਲ ਹੈ ਇੱਥੇ ਖਾਸ ਤੌਰ ਤੇ ਜਿਹੜੀਆਂ ਪਾਰਟੀਆਂ ਫੈਡਰਲਿਜ਼ਮ ਦੇ ਹੱਕ 'ਚ ਲੜਨ ਵਾਲੀਆਂ ਸੀ, ਸ਼੍ਰੋਮਣੀ ਅਕਾਲੀ ਦਲ ਮਤਲਬ ਜਿਹਨੇ ਵੱਡਾ ਮੋਰਚਾ ਲੜਿਆ, ਉਹ ਅੱਜ BJP ਦੀ ਸਪੋਰਟ ਕਰ ਰਿਹਾ ਇਸ ਐਕਟ ਦੇ ਉੱਤੇ। ਉਹ ਕਹਿੰਦੇ ਜੀ ਇਹਦੇ ਵਿੱਚ ਤਾਂ ਲਿਖਿਆ ਹੀ ਨਹੀਂ ਹੋਇਆ ਵੀ ਜਿਹੜੀ ਉਹ ਆਪਣਾ ਵੱਜਵੀਂ ਕੀਮਤ ਹੈ ਜਿਹੜੀ MSP ਉਹ ਕੱਟੀ ਜਾਏਗੀ, ਜਾਂ ਇਹਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਵੀ ਇਹ ਮੰਡੀਕਰਨ ਜਿਹੜੀ ਮੰਡੀ ਬੋਰਡ ਦੀ ਮੰਡੀ ਖਤਮ ਕੀਤੀ ਜਾਏਗੀ। ਤਾਂ ਲਿਖਿਆ ਤਾਂ ਹੈ ਨਹੀਂ ਕਹਿੰਦੇ। ਉਹ ਠੀਕ ਹੈ, ਲਿਖਣ ਦੀ ਲੋੜ ਨਹੀਂ। ਕਿਉਂ?
ਕਿਉਂਕਿ ਜਦੋਂ ਤੁਸੀਂ ਸਰਕਾਰੀ ਸਕੂਲਾਂ ਨੂੰ ਮਾਰਿਆ ਤਾਂ ਤੁਸੀਂ ਇਹ ਥੋੜ੍ਹੀ ਲਿਖਿਆ ਕਿ ਸਰਕਾਰੀ ਸਕੂਲ ਬੰਦ ਕਰ ਰਹੇ ਹਾਂ ਅਸੀਂ। ਪੈਰਲਲ ਤੁਸੀਂ ਪ੍ਰਾਈਵੇਟ ਸਕੂਲ ਉਭਾਰਤੇ, ਉਹਨਾਂ ਨੂੰ ਇਹੋ ਜਿਹਾ ਢਾਂਚਾ ਦੇਤਾ, ਉਹਨਾਂ ਨੂੰ ਥਾਵਾਂ ਸਸਤੀਆਂ ਦੇਤੀਆਂ, ਉਹਨਾਂ ਨੇ ਬਿਲਡਿੰਗਾਂ ਵੱਡੀਆਂ ਬਣ ਗਈਆਂ, ਤੇ ਤੁਸੀਂ ਇੱਕ ਮੈਸੇਜ ਦੇਤਾ ਕਿ ਪੜ੍ਹਾਈ ਇੱਥੇ ਹੋ ਰਹੀ ਹੈ। ਉਹਨਾਂ ਨੂੰ ਸਹੂਲਤਾਂ ਦੇਤੀਆਂ, ਉਹਨਾਂ ਨੂੰ ਇੱਕ ਇਹ ਵੀ ਸਹੂਲਤ ਦੇਤੀ ਕਿ ਤੁਸੀਂ 25% ਜਿਹੜੀ OPD ਹੈ ਉਹ ਗਰੀਬ ਲੋਕਾਂ ਦੀ ਕਰੋਗੇ, ਫ੍ਰੀ ਕਰੋਗੇ। ਇਸ ਨਾਂ ਤੇ ਤੁਹਾਨੂੰ ਜਿਹੜੀਆਂ ਆਹ ਸਾਰੀਆਂ ਸਹੂਲਤਾਂ ਨੇ, ਜਿਹੜੀਆਂ ਸਸਤੀ ਥਾਂ, ਜਿਹੜੇ ਇੱਥੋਂ ਦੇ ਸੰਦ ਜਿਹੜੇ ਤੁਹਾਨੂੰ ਚਾਹੀਦੇ ਨੇ ਉਹ ਸਸਤੇ ਰੇਟ ਤੇ ਮਿਲਣਗੇ। ਪਰ ਕਿਸੇ ਹਸਪਤਾਲ 'ਚ ਤੁਸੀਂ ਦੇਖਿਆ ਕਿ ਤੁਹਾਡੀ OPD ਫ੍ਰੀ ਹੋ ਗਈ ਹੋਵੇ ਪ੍ਰਾਈਵੇਟ ਦੇ ਵਿੱਚ? ਉਹ ਕਹਿੰਦੇ ਜੀ ਬਹੁਤੇ ਵੱਡੇ ਹਸਪਤਾਲਾਂ 'ਚ ਪਿੱਛੇ ਜਦੋਂ ਕੋਰਟ 'ਚ ਦਿੱਲੀ 'ਚ ਸਵਾਲ ਉੱਠਿਆ, ਉਹਨਾਂ ਨੇ ਤਖਤੀ ਲਿਖ ਕੇ ਲਟਕਾਤੀ ਕਿ ਜੀ ਦੇਖੋ ਗਰੀਬਾਂ ਲਈ ਉਹ ਆ। ਕਹਿੰਦੇ ਜੀ ਕੋਈ ਮਰੀਜ਼ ਹੀ ਨਹੀਂ ਆਉਂਦਾ। ਹੁਣ ਇਹ ਕੌਣ ਕਹੇਗਾ ਜਾ ਕੇ ਵੀ ਭਾਈ ਸਾਡਾ ਕਾਨੂੰਨ ਅਨੁਸਾਰ ਕੰਮ ਕਰੋ? ਇਸ ਤਰ੍ਹਾਂ ਹੁਣ ਤੁਸੀਂ ਖਰੀਦ ਦੇ ਵਿੱਚ ਕੀ ਕਰਤਾ? ਖਰੀਦ ਦੇ ਵਿੱਚ ਸਭ ਤੋਂ ਇਹ ਕਿ ਮੰਡੀਕਰਨ ਬੋਰਡ ਦੀ ਜਿਹੜੀ ਮੰਡੀ ਹੈ ਉਹਦੇ ਵਿੱਚ ਪਹਿਲਾਂ 12.5% ਟੈਕਸ। ਹੁਣ ਜਦੋਂ GST ਲਾਗੂ ਕੀਤੀ, GST ਲਾਗੂ ਕਰਕੇ ਉਦੋਂ ਬਾਅਦ ਚੱਲਦੀ ਹੈ। ਬਿਹਾਰ ਦਾ 15 ਕਿੱਲਿਆਂ ਵਾਲਾ ਕਿਸਾਨ ਇੱਥੇ ਜੀਰੀ ਲਾਉਂਦਾ ਫਿਰਦਾ, ਤੇ ਇਸ ਕਰਕੇ ਉਹ ਸਿਸਟਮ ਸਾਡੇ ਲਈ। ਤੇ ਫਿਰ ਇਹਦੇ ਨਾਲ ਕੀ ਅਸਰ ਸਾਰਿਆਂ ਤੇ ਕਿਵੇਂ ਪਊਗਾ? ਸਾਰਿਆਂ ਤੇ ਇਹ ਆੜਤੀਆ ਗਿਆ, ਆੜਤੀਏ ਲਵੇ ਜਿੰਨੇ ਉਹਦੇ ਲਵੇ ਤੋਲਾ, ਕੋਈ ਝਰਾਈ ਵਾਲੇ, ਭਰਾਈ ਵਾਲੇ ਉਹ ਗਏ ਸੀਗਾ ਆਪਣਾ ਸਮਝੌਤਾ ਜਿਹੜਾ ਖਰੀਦ ਵਾਲਾ, ਇਹਦਾ ਵਾਲਾ ਠੇਕੇ ਵਾਲਾ। ਉਹ ਠੇਕੇ ਵਾਲੇ 'ਚ ਵੀ ਤੁਸੀਂ ਇਹ ਕਿਹਾ ਵੀ ਜੇ ਫਰਜ਼ ਕਰੋ ਤੁਹਾਨੂੰ ਜਿਹੜਾ ਕੰਟੈਕਟ ਕਰਦਾ ਤੁਹਾਡੇ ਨਾਲ, ਜੇ ਉਹ ਮੁੱਕਰਦਾ ਤਾਂ ਤੁਸੀਂ ਸ਼ਿਕਾਇਤ SDM ਕੋਲ ਕਰ ਸਕਦੇ ਹੋ। ਹੁਣ ਸਾਡਾ SDM ਜਾਂ ਅਡਾਨੀਆਂ ਨੂੰ ਜਾਂ ਅਵਾਨੀਆਂ ਨੂੰ ਕੀ ਕਹੇਗਾ? ਕੋਈ ਹੈ ਕਾਤ ਉਹਦੀ ਕਹਿਣ ਦੀ? ਇਹ ਪਹਿਲਾਂ ਪ੍ਰੈਕਟੀਕਲ ਵੀ ਕਰ ਚੁੱਕੇ ਹਾਂ ਅਸੀਂ। ਚੰਨੋਂ ਦੀ ਜਿਹੜੀ ਫੈਕਟਰੀ ਹੈ ਉਹਨੇ ਕੰਟਰੈਕਟ ਫਾਰਮਿੰਗ ਕੀਤੀ ਲੋਕਾਂ ਨਾਲ। ਉਹ ਜਿੰਨੀ ਉਹਨੂੰ ਲੋੜ ਸੀ ਮਿਰਚ ਖਰੀਦੀ, ਉਦੋਂ ਬਾਅਦ ਉਹ ਕਹਿੰਦੇ ਜੀ ਇਹਦੀ ਕੁਆਲਿਟੀ ਖਰਾਬ ਹੈ। ਜਿੰਨਾ ਉਹਨੂੰ ਆਲੂ ਦੀ ਲੋੜ ਸੀ ਆਲੂ ਖਰੀਦੀ, ਉਹ ਕਹਿੰਦੇ ਜੀ ਬਾਕੀ ਚਿਪਸ ਹੀ ਨਹੀਂ ਹੈਗੀ, ਉਹ ਵੀ ਖਰਾਬ ਹੈ। ਇਹ ਕੰਟਰੈਕਟ ਫਾਰਮਿੰਗ ਅਸੀਂ ਪਹਿਲਾਂ ਦੇਖ ਚੁੱਕੇ ਹਾਂ। ਉਹ ਪ੍ਰਾਈਵੇਟ ਮਿੱਲਾਂ 'ਚ ਜਾ ਰਿਹਾ। ਪ੍ਰਾਈਵੇਟ ਮਿੱਲਾਂ ਨੂੰ 2-2, 4-4 ਸਾਲ ਦੀਆਂ ਪੇਮੈਂਟਾਂ ਨਹੀਂ ਦਿੱਤੀਆਂ ਉਹਨਾਂ ਨੇ। ਔਰ DC ਕੋਲ ਇਹ ਅਧਿਕਾਰ ਹੈ ਕਿ ਉਹ ਜੇ ਪ੍ਰਾਈਵੇਟ ਮਿੱਲ ਉਹਨਾਂ ਦੇ ਪੈਸੇ ਨਹੀਂ ਦਿੰਦੀ ਤਾਂ ਕਿਸੇ ਵੀ ਮਿੱਲ ਦੀ ਜ਼ਮੀਨ ਜ਼ਬਤ ਕਰਕੇ ਤਾਂ ਉਹਨਾਂ ਦੀ ਪੇਮੈਂਟ ਕਰ ਸਕਦਾ। ਇੱਕ ਵੀ DC ਨੇ ਦੱਸ ਦਿਓ ਮੈਨੂੰ ਕੋਈ ਫੈਸਲਾ ਕੀਤਾ ਉਹਨਾਂ ਸਨਅਤਕਾਰਾਂ ਦੇ ਖਿਲਾਫ? ਕਿਉਂਕਿ ਸਨਅਤਕਾਰ ਰਾਜਨੀਤਿਕ ਲੋਕਾਂ ਦੇ ਹਿੱਸੇ ਨੇ ਉਹਨਾਂ ਸਨਅਤਾਂ ਦੇ ਵਿੱਚ। 2020 ਬਿੱਲ ਜਿਹੜਾ ਉਹ ਲੈ ਕੇ ਆ ਰਹੇ ਨੇ, ਉਹ ਬਿੱਲ ਕੀ ਹੈ? ਇੱਕ ਤਾਂ ਇਹ ਸੀ ਕਿ ਅੱਜ ਤੱਕ ਜਿੰਨੇ ਵੀ ਬਿਜਲੀ ਬੋਰਡ ਸੀ ਜਿਹੜੇ, ਇਹ ਸਾਰੇ ਸੂਬਿਆਂ ਦੀਆਂ ਸਰਕਾਰਾਂ ਦੇ ਅਧਿਕਾਰ ਦੇ ਖੇਤਰ 'ਚ। ਹੁਣ ਇਹ ਸਾਰੇ ਸੂਬਿਆਂ ਦੇ ਅਧਿਕਾਰ ਦੇ ਖੇਤਰ 'ਚੋਂ ਕੱਢ ਕੇ ਇੱਕ ਸੈਂਟਰ ਲੈਵਲ ਦਾ ਬੋਰਡ ਬਣੇਗਾ, ਸੈਂਟਰ ਦੇ ਅਧਿਕਾਰ ਖੇਤਰ 'ਚ ਆ ਜਾਏਗਾ। ਔਰ ਉਹਦੇ ਨਾਲ ਸਭ ਤੋਂ ਵੱਡਾ ਸਾਨੂੰ ਕੀ ਨੁਕਸਾਨ ਹੋਣ ਵਾਲਾ ਹੈ? ਹੋਰ ਬਹੁਤ ਸਾਰੇ ਨੁਕਸਾਨ ਹੋਣੇ ਨੇ ਜਿਹੜੇ ਫੌਰੀ ਤੌਰ ਤੇ ਸਾਨੂੰ ਸਿੱਧਾ ਪ੍ਰਭਾਵਿਤ ਕਰਨ ਵਾਲੇ ਨੇ। ਉਹ ਕੀ ਹੈ? ਉਹ ਇਹ ਹੈ ਕਿ ਇੱਕ ਤਾਂ ਜਿੰਨੀ ਖੇਤੀ ਲਈ ਸਬਸਿਡੀ ਮਿਲਦੀ ਹੈ, ਜਿਹੜੀ ਮੋਟਰਾਂ ਦੇ ਬਿੱਲ ਨੇ, ਉਹ ਸੈਂਟਰ ਬੋਰਡ ਕਹੇਗਾ ਕਿ ਬਿੱਲ ਭਰੋ, ਬਿਜਲੀ ਲਓ। ਤੇ ਜੇ ਤੁਹਾਡੀ ਸਟੇਟ ਗੌਰਮੈਂਟ ਨੇ ਕੋਈ ਤੁਹਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਪੈਸੇ ਦੇਵਾਂਗੇ, ਉਹ ਤੁਹਾਡੇ ਖਾਤੇ 'ਚ ਭੇਜ ਦੇ। ਸਟੇਟ ਗੌਰਮੈਂਟ ਪਹਿਲੇ ਹੀ ਮਨਪ੍ਰੀਤ ਪਿੱਟੀ ਜਾਂਦਾ ਵੀ ਸਾਡੇ ਤਾਂ ਖਜ਼ਾਨੇ 'ਚ ਪੈਸੇ ਹੀ ਨਹੀਂ ਹੈਗਾ। ਪੈਸਾ ਕਿੱਥੋਂ ਆਏਗਾ? ਕਿਉਂਕਿ ਸਾਰੀ ਉਹ ਤਾਂ ਉਹ ਜਿਹੜੇ ਕੇਂਦਰ ਲੈ ਜਾਂਦਾ ਆਪਣਾ ਟੈਕਸ, ਤਾਂ ਸਾਡਾ ਮਾਲਕੀ ਬਣਦੀ ਹੈ। ਜਦੋਂ ਤੁਸੀਂ ਪਹਿਲਾਂ ਮਾਲਕੀ ਡਿਸਾਈਡ ਕਰੋ ਕਿ ਮਾਲਕੀ ਕਿਹਦੀ ਹੈ, ਉਸ ਤੋਂ ਬਾਅਦ ਪਾਣੀ ਕਿੰਨਾ ਦੇਣਾ, ਕਿੰਨਾ ਨਹੀਂ ਦੇਣਾ, ਫ੍ਰੀ ਦੇਣਾ, ਪੈਸੇ 'ਚ ਦੇਣਾ, ਇਹ ਅਗਲੀਆਂ ਗੱਲਾਂ। ਤੇ ਸਾਡੀ ਕੋਰਟ ਅਜੀਬੋ ਗਰੀਬ
ਮਤਲਬ ਲੌਜਿਕ ਹੈ। ਕੋਰਟ ਕਹਿੰਦੀ ਵੀ ਪਾਣੀ ਦਾ ਫੈਸਲੇ ਤਾਂ ਪਾਣੀ ਪੂਣੀ ਦਾ ਸਾਨੂੰ ਕੋਈ ਪਤਾ ਨਹੀਂ ਹੈਗਾ ਜਾਂ ਨਹੀਂ ਹੈਗਾ, ਨਹਿਰ ਜ਼ਰੂਰ ਬਣਾ ਦਿਓ। ਮਤਲਬ ਹੁਣ ਸਾਡਾ ਮੁੱਖ ਮੰਤਰੀ ਉੱਤੇ ਕੀ ਕਰ ਰਿਹਾ? ਦੇਖਣ ਨੂੰ ਤਾਂ ਐਂ ਲੱਗਦਾ ਵੀ ਬਹੁਤ ਮੁੱਖ ਮੰਤਰੀ ਸਾਹਿਬ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ। ਕਹਿੰਦਾ ਕਮਿਸ਼ਨ ਬਣਾ ਦਿਓ ਜੀ। ਕਮਿਸ਼ਨ ਪਹਿਲੀ ਗੱਲ ਤਾਂ ਇਹ ਮਾਲਕੀ ਨਹੀਂ ਤੈਅ ਕਰਦਾ। ਜਦੋਂ ਤੁਸੀਂ ਆਪਦਾ ਮਾਲਕੀ ਦੇ ਹੱਕ ਤੋਂ ਹੀ ਤਿਲਕ ਗਏ, ਕਮਿਸ਼ਨ 2 ਰਿਪੇਰੀਅਨ ਰਾਜਾਂ ਦੇ ਦੌਰਾਨ ਬਣ ਸਕਦਾ ਉੱਤੇ, ਕਿ ਜੇ ਹਰਿਆਣਾ ਜਾਂ ਪੰਜਾਬ ਜਾਂ ਹਿਮਾਚਲ ਕਹੇ ਕਿ ਸਾਡਾ ਹਿੱਸਾ ਕਿੰਨਾ ਆਉਣਾ ਚਾਹੀਦਾ, ਇਹਨਾਂ ਦਾ ਕੋਈ ਰੌਲਾ ਹੋਵੇ ਇਹ 'ਤੇ ਬਣ ਜਾਏਗਾ। ਤੇ ਲਈ ਗੈਰ ਰਿਪੇਰੀਅਨ ਰਾਜਾਂ ਤੇ ਕੋਈ ਕਮਿਸ਼ਨ ਨਹੀਂ ਬਣਦਾ ਹੁੰਦਾ। ਮੈਂ ਤੁਹਾਡਾ ਆਪਣਾ ਵਿਰਕ ਖਮੀਰ ਵਾਲਾ ਦੋਸਤੋ। ਅੱਜ ਅਸੀਂ ਮਤਲਬ ਕਿ ਇਸ ਵਕਤ ਮੈਂ ਚੀਮਾ ਦੇ ਵਿੱਚ ਆਂਗਾ। ਇੱਥੇ ਪਿੰਡ ਬਚਾਓ ਪੰਜਾਬ ਬਚਾਓ ਦੀ ਅੱਜ ਮੀਟਿੰਗ ਰੱਖੀ ਗਈ ਸੀ, ਤੇ ਅੱਜ ਆਪਾਂ ਇੱਥੋਂ ਦੇ ਅੱਜ ਉੱਥੇ ਪਹੁੰਚੀ ਹੈ, ਇੱਥੋਂ ਲੀਡਰਸ਼ਿਪ ਪਿੰਡ ਬਚਾਓ ਪੰਜਾਬ ਬਚਾਓ ਦੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਅੱਜ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਕਿਸ ਮੁੱਦੇ ਨੂੰ ਲੈ ਕੇ ਜਿਹਨਾਂ ਨੇ ਮੀਟਿੰਗ ਕੀਤੀ ਤੇ ਉਹਦੇ ਕੀ ਕੀ ਏਜੰਡੇ ਰਹੇ, ਤੇ ਉਹਨਾਂ ਨੇ ਲੋਕਾਂ ਦੇ ਨਾਲ ਇੱਥੋਂ ਦੇ ਨਾਲ ਜੋ ਇੱਥੇ ਪਹੁੰਚੇ ਸੀ ਉਹਨਾਂ ਦੇ ਨਾਲ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਨੌਲੇਜ ਦੀਆਂ ਗੱਲਾਂ ਨੇ ਜੋ ਸਾਂਝੇ ਕੀਤੀਆਂ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ ਲੋਕ ਪੱਖ ਚੈਨਲ ਉੱਤੇ ਸਰ। ਬਹੁਤ ਬਹੁਤ ਧੰਨਵਾਦ ਜੀ। ਅੱਜ ਅਸੀਂ ਪਿੰਡ ਬਚਾਓ ਪੰਜਾਬ ਬਚਾਓ ਦੀ ਬਲਾਕ ਦੀ ਮੀਟਿੰਗ ਕੀਤੀ ਹੈ। ਮੈਂ ਪਿੰਡ ਬਚਾਓ ਪੰਜਾਬ ਬਚਾਓ ਦੇ ਸਟੇਟ ਕਮੇਟੀ ਦੇ ਆਗੂ ਕਰਨੈਲ ਸਿੰਘ ਜਖੇਪਲ, ਤੇ ਅਸੀਂ ਪਿੰਡ ਬਚਾਓ ਮੁਹਿੰਮ ਦੇ ਬਲਾਕ ਪੱਧਰ ਤੇ ਜਾ ਰਹੇ ਹਾਂਗੇ, ਤੇ ਉਸ ਤੋਂ ਬਾਅਦ ਪਿੰਡਾਂ ਦੀਆਂ ਕਮੇਟੀਆਂ ਬਣਾਉਣ ਦਾ ਪ੍ਰੋਗਰਾਮ ਮਿੱਥਿਆ। ਅਸੀਂ ਇਹ ਸਮਝਦੇ ਹਾਂ ਕਿ ਅੱਜ ਕੇਂਦਰ ਸਰਕਾਰ ਸਾਰੇ ਸੂਬਿਆਂ ਦੇ ਅਧਿਕਾਰ ਤੇ ਲੋਕਾਂ ਦੇ ਅਧਿਕਾਰ ਖੋਹ ਕੇ ਆਪਣੇ ਕੋਲ ਲੈ ਕੇ ਜਾਣਾ ਚਾਹੁੰਦੀ ਹੈ, ਇਕੱਠੇ ਕਰਨਾ ਚਾਹੁੰਦੀ ਹੈ। ਤੇ ਔਰ ਕੋਈ ਵੀ ਦੂਜੀ ਪਾਰਟੀ ਜਿਹੜੀ ਵਿਰੋਧੀ ਪਾਰਟੀ ਦੇ ਰੂਪ ਦੇ ਵਿੱਚ ਇੱਥੇ ਕੰਮ ਕਰ ਰਹੀ ਹੈ, ਉਹ ਲਗਭਗ ਉਸ ਏਜੰਡੇ ਨਾਲ ਮਿਲੀਆਂ ਹੋਈਆਂ ਲੱਗ ਰਹੀਆਂ ਨੇ, ਕਿਉਂਕਿ ਕੋਈ ਵੀ ਲੋਕਾਂ ਦੀ ਆਵਾਜ਼ ਨਹੀਂ ਬਣਨਾ ਚਾਹ ਰਹੀ। ਇਸ ਕਰਕੇ ਅਸੀਂ ਅੱਜ ਲੋਕਾਂ ਨੂੰ ਇਹ ਸੱਦਾ ਦੇ ਰਹੇ ਹਾਂ ਕਿ ਬਹੁਤ ਸਾਰੀਆਂ ਪਾਰਟੀਆਂ ਤੁਹਾਡੇ ਕੋਲ ਆ ਰਹੀਆਂ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ, ਕਿ ਅਸੀਂ ਆਰਡੀਨੈਂਸਾਂ ਦਾ ਵਿਰੋਧ ਕਰਦੇ ਹਾਂ, ਅਸੀਂ ਬਿਜਲੀ ਬਿੱਲ ਦਾ ਵਿਰੋਧ ਕਰਾਂਗੇ, ਅਸੀਂ ਕਰਪਸ਼ਨ ਦਾ ਵਿਰੋਧ ਕਰ ਰਹੇ ਹਾਂ। ਲੇਕਿਨ ਉਹ ਕਹਿ ਰਹੀਆਂ ਨੇ ਕਿ ਮਿਸ਼ਨ ਹੈ ਜਿਹੜਾ ਸਾਡਾ 22 ਹੈਗਾ, 22 'ਚ ਸਾਨੂੰ ਲੈ ਆਓ, ਅਸੀਂ ਇਹ ਸਾਰੇ ਮਾਮਲੇ ਹੱਲ ਕਰ ਦਾਂਗੇ। ਜਾਣੀ ਹਕੀਕਤ ਦੇ ਉੱਤੇ ਪਰਦਾ ਪਾ ਕੇ 22 'ਚ ਸੱਤਾ ਦੇ ਉੱਤੇ ਜਾਣਾ ਚਾਹੁੰਦੀਆਂ ਨੇ। ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਅਸਲ ਵਿੱਚ ਇੱਕ ਵਿਚਾਰਧਾਰਕ ਏਜੰਡੇ ਦੀ ਜ਼ਰੂਰਤ ਹੈ, ਜਿਹੜਾ ਬਦਲਵਾਂ ਏਜੰਡਾ ਹੋਏਗਾ ਵਿਕਾਸ ਦਾ। ਲੇਕਿਨ ਚਿਹਰਿਆਂ ਦੇ ਬਦਲਾਅ ਨਾਲ ਗੱਲ ਨਹੀਂ ਚੱਲਣੀ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਇਹ ਕਹਿੰਦੇ ਵੀ ਨੇ, ਦਾਅਵਾ ਵੀ ਕਰਦੇ ਨੇ ਕਿ ਅਸੀਂ ਸਟੇਟ ਗਵਰਨਮੈਂਟ ਬਣਾ ਕੇ ਤੁਹਾਡੇ ਮਾਮਲੇ ਹੱਲ ਕਰ ਦਾਂਗੇ, ਕਿਉਂਕਿ ਸਾਰੇ ਅਧਿਕਾਰ ਕੇਂਦਰ ਕੋਲ ਚਲੇ ਗਏ ਨੇ, ਸੂਬਿਆਂ ਦੀਆਂ ਸਰਕਾਰਾਂ ਕੋਲ ਅਧਿਕਾਰ ਵੀ ਨਹੀਂ ਰਹੇ, ਤਾਂ ਉਹ ਕਿਵੇਂ ਲੋਕਾਂ ਦੇ ਮਸਲੇ ਹੱਲ ਕਰ ਦੇਣਗੀਆਂ? ਇਹ ਇੱਕ ਵੱਡਾ ਫਲਾਪ ਲੋਕਾਂ ਦੇ ਨਾਲ ਕਰ ਰਹੀਆਂ ਨੇ। ਇਸ ਲਈ ਅੱਜ ਜ਼ਰੂਰਤ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਏਜੰਡੇ ਦੇ ਉੱਤੇ ਫੈਡਰਲਿਜ਼ਮ ਦਾ ਏਜੰਡਾ ਹੋਵੇ, ਐਜੂਕੇਸ਼ਨ ਕਿਵੇਂ ਲੋਕ ਪੱਖੀ ਹੋਵੇ, ਸਿਹਤ ਸਹੂਲਤਾਂ ਕਿਵੇਂ ਲੋਕ ਪੱਖੀ ਮਿਲਣ, ਜਿਹੜੇ ਕਾਨੂੰਨ ਲੋਕਾਂ ਦੇ ਪੱਖ ਦੇ ਨੇ, ਚਾਹੇ ਉਹ ਮਨਰੇਗਾ ਹੈ, ਗੁਰਾਮ ਸਭਾ ਹੈ, ਉਹ ਕਿਵੇਂ ਅਸਲੀ ਰੂਪ 'ਚ ਲਾਗੂ ਹੋਵੇ, ਇਹ ਲਾਗੂ ਕਰਾਉਣ ਲਈ ਅਸੀਂ ਇੱਕ ਮੁਹਿੰਮ ਬਣਾਉਣੀ ਚਾਹੁੰਦੇ। ਸਰ ਮੈਂ ਇਸ ਮੀਟਿੰਗ ਦੇ ਵਿੱਚ ਮੈਂ ਆਇਆ ਹੋਇਆ ਸੀ, ਮੈਂ ਸੁਣ ਰਿਹਾ ਸੀ ਤੇ ਤੁਸੀਂ ਸਾਰੀ ਗੱਲ ਕਰੀ ਸੀਗੀ ਕਿ ਆਪਣਾ ਪੰਚਾਇਤ ਨੂੰ ਇੱਕ ਜੋ ਕਿ ਫੰਡ ਆਉਂਦਾ ਹੈਗਾ, ਤੇ ਉਹ ਫੰਡ ਦੇ ਵਿੱਚ 600 ਰੁਪਈਆ ਮਤਲਬ ਕਿ ਪਰ ਵਿਅਕਤੀ ਪਿੰਡ ਨੂੰ ਫੰਡ ਆਉਂਦਾ ਹੈ। ਸਰ ਉਸ ਦੇ ਬਾਰੇ ਥੋੜ੍ਹਾ ਹੁਣ ਲੋਕਾਂ ਨੂੰ ਦੱਸੋ ਕਿ ਉਹ ਕੀ ਹੈ, ਮਤਲਬ ਕਿ ਉਹ ਫੰਡ ਜਿਹੜੇ ਪਿੰਡ ਦੀਆਂ ਪੰਚਾਇਤਾਂ ਨੇ, ਜਿਹੜਾ ਉਹ ਧਿਆਨ ਨਾਲ ਸੁਣ ਲਵੋ ਕਿ ਉਹ ਜਿਹੜਾ ਫੰਡ ਹੈ ਉਹਦੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ, ਉਹ ਫੰਡ ਹੈ ਕੀ ਹੈ, ਉਹਨੂੰ ਕੀ ਨਾਮ ਦਿੱਤਾ ਜਾਂਦਾ ਸਰ? ਵੈਸੇ ਤਾਂ ਸਾਡਾ ਸਿਸਟਮ ਇਹੋ ਜਿਹਾ ਬਣ ਗਿਆ ਕਿ ਪੰਚਾਇਤਾਂ ਸਾਰੀਆਂ ਹੀ ਉਹ ਜਾਂ ਹਲਕਾ ਇੰਚਾਰਜ ਜਾਂ MLA ਦੇ ਘਰ 'ਚ ਜਾਂਦੀਆਂ ਨੇ, ਤੇ ਉਹਨਾਂ ਤੋਂ ਆਪਣਾ ਹੱਕ ਮੰਗਣ ਦੀ ਬਜਾਏ ਹੱਥ ਜੋੜ ਕੇ ਖਰਾਤ ਰੂਪ 'ਚ ਪੈਸੇ ਮੰਗਦੀਆਂ ਨੇ। ਜਿਵੇਂ ਉਹ ਕਹਿੰਦੇ ਨੇ ਬਹੁਤ ਵੱਡਾ ਪਰਉਪਕਾਰ ਕਰੋਗੇ ਜੇ ਸਾਡੇ ਲਈ ਤੁਸੀਂ ਸਾਨੂੰ ਪੈਸਾ ਦਿਓਗੇ। ਜਾਣੀ ਪੰਚਾਇਤਾਂ ਇੰਨੀਆਂ, ਪਿੰਡ ਇੰਨੇ ਕਮਜ਼ੋਰ ਹੋ ਗਏ ਨੇ। ਇਸ ਲਈ ਅਸੀਂ ਕਹਿੰਦੇ ਹਾਂ ਕਿ ਐਕਚੁਅਲੀ ਜਿਹੜਾ ਕਾਨੂੰਨ ਹੈ, ਕਾਨੂੰਨ ਪਿੰਡ ਨੂੰ ਮਜ਼ਬੂਤ ਕਰ ਰਿਹਾ, ਤੇ ਸਾਨੂੰ ਜਾਣਕਾਰੀ ਨਹੀਂ ਹੈਗੀ। ਵਿੱਤ ਕਮਿਸ਼ਨ ਦਾ ਜਿਹੜੀ ਗ੍ਰਾਂਟ ਹੈਗੀ ਉਹ 600 ਰੁਪਏ ਪਰ ਹੈੱਡ ਹਰ ਪਿੰਡ ਦੇ ਵਿੱਚ ਆਉਣੀ ਹੈ, ਜਿਹੜੀ ਡਾਇਰੈਕਟ ਮਤਲਬ ਆਬਾਦੀ ਦੇ ਹਿਸਾਬ ਨਾਲ ਹੈ, ਉਹ ਹਰ ਪਿੰਡ ਦੇ ਵਿੱਚ ਮਿਲਣੀ ਹੈ।
ਤੇ ਉਹਦੇ ਵਿੱਚ ਕੀ ਕੀਤਾ ਜਾ ਰਿਹਾ, ਉਹ 'ਚ ਹਲਕਾ ਇੰਚਾਰਜ ਜਾਂ MLA ਜਾਂ ਅਫਸਰ ਉਹ ਮਿਲ ਕੇ ਉਹਨੂੰ ਅਸੀਂ ਇੱਧਰ ਉੱਧਰ ਆਪਦੇ ਚਹੇਤਿਆਂ ਨੂੰ ਕਿਤੇ ਦੇ ਰਹੇ ਹਾਂ ਕਿ ਜਾਂ ਉਹ ਅਣਵਰਤੇ ਰੂਪ 'ਚ ਜਾਰੀ ਹੈ। ਇਹ ਇੱਕ ਵੱਡਾ ਨੁਕਸਾਨ ਹੋ ਰਿਹਾ ਪੰਜਾਬ ਦਾ, ਜਿਹੜਾ ਉਹ ਪੰਚਾਇਤਾਂ ਦੀ ਨਾ ਜਾਣਕਾਰੀ ਹੋਣ ਦੇ। ਕੋਈ ਵੀ ਪੰਚਾਇਤ ਇਹ ਹਿੱਕ ਕੱਢ ਕੇ ਕਹਿਣ ਲਈ ਤਿਆਰ ਨਹੀਂ ਕਿ ਸਾਡਾ ਪੈਸਾ ਕਿੱਥੇ, ਸਾਨੂੰ ਦਿਓ। ਅਸੀਂ ਮੰਗਣ ਲਈ ਤਿਆਰ ਨਹੀਂ, ਕਿਉਂਕਿ ਅਸੀਂ ਮੰਗਣ ਜੋਗੇ ਹੈ ਹੀ ਨਹੀਂ, ਸਾਡੇ ਪੈਰ ਨਹੀਂ ਚੱਲ ਰਹੇ। ਇਸ ਲਈ ਸਰਪੰਚਾਂ ਨੂੰ ਮੈਂ ਬੇਨਤੀ ਕਰਦਾ ਇਸ ਸੱਦੇ ਰਾਹੀਂ ਕਿ ਥੋੜ੍ਹਾ ਜਿਹਾ ਤੁਸੀਂ ਪਿੰਡ ਦੇ ਲੀਡਰ ਹੋ, ਤੁਸੀਂ ਕਿਸੇ ਪਾਰਟੀ ਦੇ MLA ਦੇ ਜਾਂ ਹਲਕਾ ਇੰਚਾਰਜ ਦੇ ਕਰਿੰਦੇ ਨਹੀਂ, ਤੁਸੀਂ ਲੀਡਰ ਦੀ ਤਰ੍ਹਾਂ ਗੱਲ ਕਰਨੀ ਸਿੱਖੋ। ਕਿ ਇਸ ਲਈ ਪਿੰਡ ਦੀਆਂ ਜਿਹੜੀਆਂ ਵੀ ਚੀਜ਼ਾਂ ਨੇ ਉਹਨੂੰ ਲੀਡਰ ਦੇ ਤੌਰ ਤੇ ਮੰਗਣੀਆਂ ਸਿੱਖੋ, ਤਾਂ ਇਹ ਚੀਜ਼ਾਂ ਹੋ ਜਾਣਗੀਆਂ ਤੇ ਕੋਈ ਔਖਾ ਕੰਮ ਨਹੀਂ। ਦੂਜੀ ਗੱਲ ਇਹ ਹੈ ਕਿ ਮਨਰੇਗਾ ਜੇ ਸਹੀ ਰੂਪ 'ਚ ਕਾਗਜ਼ੀ ਰੂਪ 'ਚ ਜਿਵੇਂ ਕਾਨੂੰਨ ਕਹਿ ਰਿਹਾ ਤੁਸੀਂ ਲਾਗੂ ਕਰ ਲਓ। ਜਿੰਨਾ ਬਜਟ ਹੈ ਉਨਾ ਤੁਸੀਂ ਪਿੰਡ ਦੀ ਗ੍ਰਾਮ ਸਭਾ ਦੇ ਵਿੱਚ ਬਣਾ ਕੇ ਭੇਜ ਦਿਓ, ਉਨਾ ਪੈਸਾ ਤੁਹਾਡੇ ਪਿੰਡ ਨੂੰ ਤੁਸੀਂ ਲੜ ਕੇ ਮੰਗੋ ਕਿ ਸਾਨੂੰ ਪੈਸਾ ਦਿਓ, ਤਾਂ ਕਿਉਂਕਿ ਧਿਰ ਵੀ ਖੜੀ ਨਜ਼ਰ ਆਉਣੀ ਚਾਹੀਦੀ ਹੈ ਜਿਹੜੀ ਉਸ ਗੱਲ ਦੇ ਵਿੱਚ। ਤਾਂ ਜੇ ਉਨਾ ਪੈਸਾ ਆ ਜਾਏਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਿੰਡ ਦੀ ਡਿਵੈਲਪਮੈਂਟ ਰਹਿ ਜਾਏਗੀ, ਔਰ ਕੋਈ ਨੇਤਾ ਤੁਹਾਨੂੰ ਉਨਾ ਪੈਸਾ ਨਹੀਂ ਦੇ ਸਕਦਾ ਜਿੰਨੇ ਦੋ ਸੋਰਸਾਂ ਰਾਹੀਂ ਤੁਹਾਡੇ ਪਿੰਡ ਦੇ ਵਿੱਚ ਪੈਸੇ ਆ ਸਕਦੇ। ਇਹ ਸੀ ਸਾਡੇ ਨਾਲ IDP ਦੇ ਸੂਬਾ ਪ੍ਰਧਾਨ ਸਰਦਾਰ ਕਰਨੈਲ ਸਿੰਘ ਜੀ ਜਖੇਪੜ, ਜੋ ਕਿ ਇਹਨਾਂ ਨੂੰ ਆਪਾਂ ਨੂੰ ਦੱਸਿਆ ਗਿਆ ਹੈ ਕਿ ਇਹਨਾਂ ਨੇ ਅੱਜ ਇੱਥੇ ਮੀਟਿੰਗ ਕੀਤੀ ਹੈ। ਇੱਕ ਤਾਂ ਜੋ ਮੋਦੀ ਸਰਕਾਰ ਦੇ ਵੱਲੋਂ 3 ਆਰਡੀਨੈਂਸ ਖੇਤੀ ਦੇ ਖਿਲਾਫ ਹੋਏ ਨੇ, ਅਤੇ ਜਾਂ ਸਿੱਖਿਆ ਦੇ ਖਿਲਾਫ ਜੋ ਮਤਲਬ ਕਿ ਉਹਨਾਂ ਨੇ ਨੀਤੀ ਲੈ ਕੇ ਆਏ ਨੇ, ਅਤੇ ਜੋ ਪੰਚਾਇਤਾਂ ਦੇ ਅਧਿਕਾਰ ਨੇ, ਮਨਰੇਗਾ ਦਾ ਅਧਿਕਾਰ ਹੈ, ਉਸ ਦੇ ਬਾਰੇ ਆਪਾਂ ਨੂੰ ਚਾਨਣਾ ਪਾਈ ਹੈ। ਲੋਕ ਪੱਖ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਘੰਟੀ ਨੂੰ ਦਬਾਓ।